Good morning students. Today we will do illustration number 4th. In a company, weekly minimum and maximum consumption of material A are 25 and 75 units respectively. The reorder quantity as fixed by the company is 300 units. The material received is 4 to 6 weeks from issue of a supply. Calculate minimum level and maximum level. Previous lecture ਦੇ ਵਿੱਚ ਆਪਾਂ ਨੇ minimum level ਦੇ formulas ਕੀਤੇ ਸੀ ਤੇ maximum level ਦੇ ਦੋਨਾਂ ਦੇ formulas ਕੀਤੇ ਸੀ। ਤਾਂ ਮਿਨੀਮਮ ਲੈਵਲ ਦਾ ਫਾਰਮੂਲਾ ਕੀ ਹੈ ਰੀਆਰਡਰ ਲੈਵਲ ਮਾਈਨਸ ਨਾਰਮਲ ਕੰਜ਼ੰਪਸ਼ਨ ਇਨਟੂ ਨਾਰਮਲ ਰੀਆਰਡਰ ਪੀਰੀਅਡ। ਦੈਨ ਆਪਣੇ ਕੋਲ ਰੀਆਰਡਰ ਲੈਵਲ ਆਪਾਂ ਕਿਸ ਨੂੰ ਕਹਿ ਸਕਦੇ ਹਾਂ ਇਸ ਦੇ ਵਿੱਚ ਰੀਆਰਡਰ ਲੈਵਲ ਹੈ ਜਿਹੜਾ ਇਸ ਨੂੰ ਆਪਾਂ ਸਭ ਤੋਂ ਪਹਿਲਾਂ ਕੈਲਕੂਲੇਟ ਕਰਾਂਗੇ। ਕੈਲਕੂਲੇਟ ਆਪਾਂ ਕਿਸ ਤਰ੍ਹਾਂ ਕਰਾਂਗੇ ਰੀਆਰਡਰ ਦਾ ਫਾਰਮੂਲਾ ਵੀ ਕਰਵਾਇਆ ਸੀ ਉਸ ਦਿਨ ਮੈਕਸੀਮਮ ਕੰਜ਼ੰਪਸ਼ਨ ਇਨਟੂ ਮੈਕਸੀਮਮ ਰੀਆਰਡਰ ਪੀਰੀਅਡ। ਤਾਂ ਇੱਥੇ ਆਪਣੇ ਕੋਲ ਮੈਕਸੀਮਮ ਕੰਜ਼ੰਪਸ਼ਨ ਕਿੰਨੀ ਦੇਖੋ ਮਿਨੀਮਮ ਤਾਂ 75 ਹੈ ਮੈਕਸੀਮਮ ਕਿੰਨੀ ਹੈ ਮਿਨੀਮਮ ਤਾਂ 25 ਹੈ ਅਤੇ ਮੈਕਸੀਮਮ ਕਿੰਨੀ ਹੈ 75। ਤਾਂ ਆਪਾਂ ਨੂੰ ਰੀਆਰਡਰ ਲੈਵਲ ਚਾਹੀਦਾ ਰੀਆਰਡਰ ਲੈਵਲ ਦੇ ਲਈ ਆਪਾਂ ਨੂੰ ਕੰਜ਼ੰਪਸ਼ਨ ਵੀ ਮੈਕਸੀਮਮ ਚਾਹੀਦੀ ਹੈ ਅਤੇ ਪੀਰੀਅਡ ਵੀ ਮੈਕਸੀਮਮ ਹੀ ਚਾਹੀਦਾ। ਤਾਂ ਕੰਜ਼ੰਪਸ਼ਨ ਕਿੰਨੇ ਮੈਕਸੀਮਮ 75 ਯੂਨਿਟਸ ਅਤੇ ਮੈਕਸੀਮਮ ਪੀਰੀਅਡ ਕਿੰਨਾ ਕਿਉਂਕਿ ਮਿਨੀਮਮ 4 to 6 ਤਾਂ ਮਿਨੀਮਮ 4 ਹੈ ਅਤੇ ਮੈਕਸੀਮਮ ਕਿੰਨਾ 6 ਹੈ। ਤਾਂ ਕਿੰਨੀਆਂ ਯੂਨਿਟਸ ਆ ਗਈਆਂ 450 ਯੂਨਿਟਸ ਆ ਗਈਆਂ ਰੀਆਰਡਰ ਲੈਵਲ ਦੀਆਂ। ਤਾਂ ਆਪਣੇ ਕੋਲ ਫਾਰਮੂਲਾ ਦੇ ਵਿੱਚ ਕੀ ਕਰਨਾ ਰੀਆਰਡਰ ਲੈਵਲ ਮਾਈਨਸ ਨਾਰਮਲ ਕੰਜ਼ੰਪਸ਼ਨ ਇਨਟੂ ਨਾਰਮਲ ਰੀਆਰਡਰ ਪੀਰੀਅਡ। ਤਾਂ ਰੀਆਰਡਰ ਲੈਵਲ ਆਪਾਂ ਨੇ ਕੈਲਕੂਲੇਟ ਕਰ ਲਿਆ 450 ਯੂਨਿਟਸ ਦਾ ਮਾਈਨਸ ਨਾਰਮਲ ਕੰਜ਼ੰਪਸ਼ਨ ਕਿੰਨੀ ਹੈ ਆਪਣੀ 50 ਯੂਨਿਟਸ ਦੀ। ਹੁਣ 50 ਯੂਨਿਟਸ ਕਿਸ ਤਰ੍ਹਾਂ ਆਇਆ ਮਿਨੀਮਮ ਆਪਣੇ ਕੋਲ ਕਿੰਨੇ ਨੇ 25 ਕਿੱਥੋਂ ਤੱਕ ਹੋ ਸਕਦਾ ਮੈਕਸੀਮਮ ਲੈਵਲ ਕਿੰਨਾ 75 ਤਾਂ ਵਿੱਚ ਵਿਚਾਲੇ ਕੀ ਹੈਗਾ ਨਾਰਮਲ। ਜਦੋਂ ਆਪਾਂ 75 ਦੇ ਵਿੱਚੋਂ 25 ਮਾਈਨਸ ਕਰਾਂਗੇ ਤਾਂ ਕਿੰਨੇ ਆ ਜਾਣਗੇ ਆਪਣੇ ਕੋਲ 50 ਯੂਨਿਟਸ ਆ ਜਾਣਗੇ ਜੋ ਕਿ ਨੇ ਨਾਰਮਲ ਨੇ। ਠੀਕ ਹੈ ਦੈਨ ਆਪਾਂ ਕੀ ਕਰਾਂਗੇ ਇੰਟੂ ਕਰਾਂਗੇ ਇਸਨੂੰ ਵੀਕਸ ਦੇ ਨਾਲ ਇੰਟੂ ਵੀਕਸ ਕਿੰਨੇ ਹੋ ਗਏ ਆਪਣੇ ਕੋਲ 5 ਵੀਕਸ ਹੋ ਗਏ। 5 ਵੀਕਸ ਕਿਸ ਤਰ੍ਹਾਂ ਆਏਗਾ ਦੇਖੋ 4 to 6 ਨੇ ਤਾਂ ਆਪਾਂ ਇਹਦੀ ਐਵਰੇਜ ਕੈਲਕੂਲੇਟ ਕਰਾਂਗੇ 4 + 6 10 ਹੋ ਗਿਆ 10 ਨੂੰ ਆਪਾਂ ਐਵਰੇਜ ਕੈਲਕੂਲੇਟ ਕਰਾਂਗੇ ਤਾਂ 2 ਨਾਲ ਡਿਵਾਈਡ ਕਰਦੇ ਹੁੰਦੇ ਆ ਤਾਂ ਕਿੰਨਾ ਆ ਜਾਏਗਾ 5। ਅਤੇ ਜੋ ਯੂਨਿਟਸ ਨੇ ਭਾਵੇਂ ਤੁਸੀਂ 75 ਮਾਈਨਸ 25 ਕਰ ਲਓ ਤਾਂ ਵੀ ਤੁਹਾਡੇ ਕੋਲ ਨਾਰਮਲ ਪੀਰੀਅਡ ਆ ਜਾਏਗਾ ਜਾਂ ਫਿਰ ਤੁਸੀਂ 25 + 75 ਕਰੋਗੇ 100 ਆ ਜਾਏਗਾ 100 ਨੂੰ 2 ਨਾਲ ਡਿਵਾਈਡ ਕਰੋਗੇ ਤਾਂ 50th ਕੀ ਆ ਗਈਆਂ ਤੁਹਾਡੀਆਂ ਨਾਰਮਲ ਕੰਜ਼ੰਪਸ਼ਨ ਆ ਗਏ। ਦੈਨ ਆਪਣੇ ਕੋਲ ਆ ਗਿਆ ਐਵਰੇਜ ਦੇਖੋ ਆਪਾਂ ਨੇ ਕੈਲਕੂਲੇਟ ਕਰ ਲਈ 50 ਅਤੇ ਪੀਰੀਅਡ ਵੀ ਕਰ ਲਿਆ 5 ਯੂਨਿਟਸ। ਦੈਨ ਮੈਕਸੀਮਮ ਲੈਵਲ ਦਾ ਫਾਰਮੂਲਾ ਕੀ ਹੁੰਦਾ ਰੀਆਰਡਰ ਲੈਵਲ ਪਲੱਸ ਰੀਆਰਡਰ ਕੁਆਂਟੀਟੀ ਮਾਈਨਸ ਮਿਨੀਮਮ ਕੰਜ਼ੰਪਸ਼ਨ ਇਨਟੂ ਮਿਨੀਮਮ ਪੀਰੀਅਡ। ਇੱਕ ਗੱਲ ਹੈ ਜੋ ਤੁਸੀਂ ਯਾਦ ਰੱਖਣੀ ਜੇ ਤੁਸੀਂ ਟਾਈਮ ਪੀਰੀਅਡ ਮੈਕਸੀਮਮ ਲੈ ਰਹੇ ਹੋ ਤਾਂ ਕੰਜ਼ੰਪਸ਼ਨ ਵੀ ਮੈਕਸੀਮਮ ਹੋਏਗੀ ਅਤੇ ਜੇ ਤੁਸੀਂ ਮਿਨੀਮਮ ਲੈ ਰਹੇ ਹੋ ਤਾਂ ਮਿਨੀਮਮ ਹੋਣਗੀਆਂ ਦੋਨੋਂ ਚੀਜ਼ਾਂ। ਨੈਕਸਟ ਮੈਕਸੀਮਮ ਲੈਵਲ ਦੇ ਫਾਰਮੂਲੇ ਵਿੱਚ ਆਪਾਂ ਨੇ ਲਗਾ ਦੇਣਾ ਰੀਆਰਡਰ ਲੈਵਲ ਆਪਣੇ ਕੋਲ ਸੀ 450 ਯੂਨਿਟਸ ਦਾ ਰੀਆਰਡਰ ਕੁਆਂਟੀਟੀ ਆਪਣੇ ਕੋਲ ਗਿਵਨ ਹੈ ਕਿੰਨੀ ਹੈ ਰੀਆਰਡਰ ਕੁਆਂਟੀਟੀ ਐਜ਼ ਫਿਕਸਡ ਬਾਈ ਕੰਪਨੀਜ਼ 300 ਯੂਨਿਟਸ ਦਾ 300 ਆਪਾਂ ਨੇ ਐਡ ਅਪ ਕੀਤੇ ਮਾਈਨਸ ਆਪਾਂ ਨੂੰ ਹੁਣ ਕੀ ਚਾਹੀਦਾ ਮਿਨੀਮਮ ਚਾਹੀਦੀਆਂ ਨੇ ਦੋਨੋਂ ਚੀਜ਼ਾਂ ਪਹਿਲਾਂ ਆਪਾਂ ਨੂੰ ਮੈਕਸੀਮਮ ਚਾਹੀਦੀਆਂ ਸੀ ਤਾਂ ਮਿਨੀਮਮ ਕਿੰਨੀਆਂ ਨੇ ਯੂਨਿਟਸ 25 ਨੇ ਅਤੇ ਟਾਈਮ ਕਿੰਨਾ 4 ਹੈ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 650 ਯੂਨਿਟਸ। ਤਾਂ ਬੇਸਿਕ ਤੁਹਾਨੂੰ ਕਿੰਨੇ ਦੇ ਵਿੱਚ ਫਾਰਮੂਲਾਜ਼ ਯਾਦ ਕਰਨੇ ਪੈਣਗੇ ਫਾਰਮੂਲਾਜ਼ ਨੂੰ ਹੀ ਤੁਸੀਂ ਪੁੱਟ ਕਰਨਾ ਗਿਵਨ ਇਕੁਏਸ਼ਨਸ ਦੇ ਵਿੱਚ। ਤਾਂ ਜੋ ਨੈਕਸਟ ਇਲਸਟ੍ਰੇਸ਼ਨਸ ਨੇ ਇਲਸਟ੍ਰੇਸ਼ਨ ਨੰਬਰ 5th 6th ਅਤੇ 7th ਇਹ ਤੁਸੀਂ ਟਰਾਈ ਕਰਕੇ ਵੇਖ ਲਿਓ ਇੱਕ ਵਾਰ ਕੋਈ ਡਾਊਟ ਹੈ ਤਾਂ ਪੁੱਛ ਲਿਓ। ਨੈਕਸਟ ਆਪਾਂ ਕਰਦੇ ਹਾਂ ਟਾਈਪ ਇਕੋਨਮਿਕ ਆਰਡਰ ਕੁਆਂਟੀਟੀ ਮੀਨਸ EOQ। ਠੀਕ ਹੈ ਜੇ ਆਪਾਂ ਗੱਲ ਕਰੀਏ EOQ ਕੀ ਹੈ ਇਹ ਇੱਕ ਇਨਵੈਂਟਰੀ ਕੰਟਰੋਲ ਦੀ ਵੀ ਟੈਕਨੀਕ ਹੈ ਜਿਸ ਤਰ੍ਹਾਂ ਦੇਖੋ ਲੀਫੋ ਫੀਫੋ JIT ਜਸਟ ਇਨ ਟਾਈਮ ਫੀਫੋ ਹੀਫੋ ਕੀਤੇ ਸੀ ਉਸ ਦੇ ਨਾਲ ਇੱਕ EOQ ਵੀ ਹੁੰਦਾ ਇਕੋਨਮਿਕ ਆਰਡਰ ਕੁਆਂਟੀਟੀ। ਠੀਕ ਹੈ ਦੈਨ ਇਹ ਹੈ ਕੀ ਹੈ ਇਕੋਨਮਿਕ ਆਰਡਰ ਕੁਆਂਟੀਟੀ ਟੋਟਲ ਐਕੁਆਈਜੇਸ਼ਨ ਕਾਸਟ ਪਲੱਸ ਟੋਟਲ ਆਰਡਰਿੰਗ ਕਾਸਟ ਪਲੱਸ ਟੋਟਲ ਕੈਰਿੰਗ ਕਾਸਟ। ਜੇ ਆਪਾਂ ਨੂੰ EOQ ਚਾਹੀਦੀ ਹੈ ਤਾਂ ਆਪਾਂ ਨੂੰ ਐਕੁਆਈਜੇਸ਼ਨ ਕਾਸਟ ਵੀ ਚਾਹੀਦੀ ਹੈ ਆਰਡਰਿੰਗ ਕਾਸਟ ਪਲੱਸ ਕੈਰਿੰਗ ਕਾਸਟ ਤਿੰਨੋਂ ਹੀ ਕਾਸਟਸ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ ਨੇ। ਟੋਟਲ ਐਕੁਆਈਜੇਸ਼ਨ ਕਾਸਟ ਕਿਹੜੀ ਹੁੰਦੀ ਹੈ ਜੇ ਤੁਸੀਂ ਮਟੀਰੀਅਲ ਨੂੰ ਐਕਵਾਇਰ ਕਰ ਰਹੇ ਹੋ ਕਿਸੇ ਤੋਂ ਹੋਰ ਪਰਸਨ ਤੋਂ। ਅਤੇ ਜੇ ਆਪਾਂ ਗੱਲ ਕਰਦੇ ਹਾਂ ਆਰਡਰਿੰਗ ਦੀ ਆਰਡਰਿੰਗ ਕਿੰਨੀ ਹੁੰਦੀ ਜਦੋਂ ਤੁਸੀਂ ਕਿਸੇ ਚੀਜ਼ ਦਾ ਕਿਸੇ ਇੱਕ ਪਰਟੀਕੂਲਰ ਪ੍ਰੋਡਕਟ ਦਾ ਆਰਡਰ ਕਰਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਕੀ ਕਰਦੇ ਹੋ ਬਿਲਿੰਗ ਕਰਵਾ ਲੈਂਦੇ ਹੋ ਉਸ ਦੀ। ਨੈਕਸਟ ਕੀ ਹੈ ਕੈਰਿੰਗ ਕਾਸਟ ਕੈਰਿੰਗ ਕਿਹੜੀ ਹੁੰਦੀ ਹੈ ਟਰਾਂਸਪੋਰਟ ਚਾਰਜਸ। ਨੈਕਸਟ ਹੈ ਕੈਰਿੰਗ ਕਾਸਟ ਕੀ ਹੁੰਦੀ ਹੈ ਆਰਡਰਿੰਗ ਕਾਸਟ ਕੀ ਹੁੰਦੀ ਹੈ ਦੇਖੋ ਕੈਰਿੰਗ ਕਾਸਟ ਮੈਂ ਤੁਹਾਨੂੰ ਦੱਸ ਦਿੱਤੀ ਵੀ ਮਟੀਰੀਅਲ ਨੂੰ ਮੇਨਟੇਨ ਕਰਨਾ ਡੈਟੋਟੇਸ਼ਨ ਤੋਂ ਬਚਾਉਣਾ ਸਪਾਇਲੇਜ ਵਗੈਰਾ ਨਾ ਹੋ ਜਾਵੇ ਇਸ ਸਭ ਚੀਜ਼ਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਕੈਰਿੰਗ ਕਾਸਟ ਜਿਹੜੀ ਲੱਗਦੀ ਹੈ। ਆਰਡਰਿੰਗ ਕਾਸਟ ਕਿਹੜੀ ਹੋ ਗਈ ਸਟੇਸ਼ਨਰੀ ਪੋਸਟੇਜ ਟੈਲੀਫੋਨ ਚਾਰਜਸ ਕਿਉਂਕਿ ਤੁਸੀਂ ਆਰਡਰਿੰਗ ਵਗੈਰਾ ਕਰਦੇ ਤਾਂ ਇੰਨੀ ਐਕਸਪੈਂਸਿਸ ਹੋਣਗੇ ਨਾ ਜਾਂ ਪਰਚੇਜ਼ ਡਿਪਾਰਟਮੈਂਟ ਇੰਸਪੈਕਸ਼ਨ ਡਿਪਾਰਟਮੈਂਟ ਦੇ ਅਲੱਗ ਅਲੱਗ ਐਕਸਪੈਂਸਿਸ ਤਾਂ ਇਸਨੂੰ ਇੱਕ ਵਾਰ ਰੀਡ ਕਰ ਲਿਓ ਜੇ ਕੋਈ ਡਾਊਟ ਹੈ ਤਾਂ ਪੁੱਛ ਲਿਓ।
ਦੈਨ ਨੈਕਸਟ ਆਪਾਂ ਕਰਦੇ ਹਾਂ ਫਾਰਮੂਲਾਜ਼ ਕੀ ਹੁੰਦੇ ਨੇਗੇ EOQ ਦੇ ਬੇਸਿਕ ਫਾਰਮੂਲਾ ਜਿਹੜਾ ਉਹ ਕੀ ਹੈ √2CO/I ਸੀ ਦੀ ਜੇ ਆਪਾਂ ਗੱਲ ਕਰੀਏ ਕੈਰਿੰਗ ਕਾਸਟ, O ਦੀ ਗੱਲ ਕਰਦੇ ਹਾਂ ਆਰਡਰਿੰਗ ਕਾਸਟ, I ਦੀ ਗੱਲ ਕਰਦੇ ਹਾਂ ਤਾਂ ਇਨਵੈਂਟਰੀ ਕਾਸਟ। ਤਾਂ ਤੁਹਾਨੂੰ ਕੀ ਹੋਏਗਾ ਡਿਫਰੈਂਟ ਟਾਈਪ ਦੀਆਂ ਇਕੁਏਸ਼ਨਸ ਦਿੱਤੀਆਂ ਹੋਣਗੀਆਂ, ਫਾਰਮੂਲਾ ਤੁਸੀਂ ਇੱਕ ਹੀ ਰੱਖਣਾ 2CO/I ਠੀਕ ਹੈ, ਜਾਂ ਫਿਰ ਇਸ ਦਾ ਫਾਰਮੂਲਾ 2AC ਵੀ ਕਰ ਦਿੰਦੇ ਨੇ ਕਈ ਵਾਰ /I ਵੀ ਹੋ ਸਕਦਾ ਕਿਉਂਕਿ A ਦਾ ਮਤਲਬ ਵੀ ਐਨੂਅਲ ਕੰਜ਼ੰਪਸ਼ਨ ਹੀ ਹੋ ਜਾਂਦਾ, ਬਟ ਤੁਸੀਂ ਇਹ ਯਾਦ ਰੱਖ ਲਓ ਈਜ਼ੀ ਹੈ। ਦੈਨ ਆਪਾਂ ਕਰਦੇ ਹਾਂ ਇਸ ਦਾ ਅਜ਼ੰਪਸ਼ਨਸ। There are dynamic conditions of the supply which enables a firm to place as many orders as it needs। EOQ ਕੀ ਹੈ economic order quantity। economical ਕੀ ਹੁੰਦਾ ਕਿਸ ਚੀਜ਼ ਨੂੰ ਸਸਤਾ, ਆਰਡਰ ਮਤਲਬ ਜਦੋਂ ਆਪਾਂ ਨੂੰ ਨਾਲ ਦੀ ਨਾਲ ਆਰਡਰ ਮਿਲਿਆ ਆਪਾਂ ਨਾਲ ਦੀ ਨਾਲ ਬਿਲਿੰਗ ਕਰਕੇ ਕਿਸੇ ਚੀਜ਼ ਨੂੰ ਡਿਲੀਵਰ ਕਰ ਦੇਣਾ। ਤਾਂ ਇੱਕ ਡਾਇਨਾਮਿਕ ਪ੍ਰੋਸੈਸ ਹੈ, ਨਾਲ ਦੀ ਨਾਲ ਇੱਕ ਪ੍ਰੋਸੈਸ ਦੇ ਵਿੱਚ ਚੱਲਦਾ ਰਹਿੰਦਾ, ਤਾਂ ਇਹ ਸਟੈਟਿਕ ਜਾਂ ਫਿਰ ਕਾਂਸਟੈਂਟ ਨਹੀਂ ਹੈ, ਇੱਕ ਡਾਇਨਾਮਿਕ ਕੰਡੀਸ਼ਨ ਹੈ ਜਿਹੜੀ ਇੱਕ ਫਰਮ ਨੂੰ ਇਨੇਬਲ ਕਰਦੀ ਹੈ। ਇਨੇਬਲ ਮੀਨਸ ਇਸ ਕੰਪੀਟੀਟਿਵ ਬਣਾਉਂਦੀ ਹੈ ਕਿ ਕੀ ਕਰੇ ਉਹ ਨਾਲ ਦੀ ਨਾਲ ਆਰਡਰਸ ਦੇ ਇਸ ਨੀਡਸ ਨੂੰ ਫੁਲਫਿਲ ਕਰੀ ਜਾਵੇ। ਨੈਕਸਟ ਪ੍ਰਾਈਸਿਸ ਕੀ ਰਹਿਣਗੇ ਕਾਂਸਟੈਂਟ ਰਹਿਣਗੇ, ਕਿਉਂਕਿ ਆਪਣੀ ਕੈਰਿੰਗ ਕਾਸਟ ਕਾਂਸਟੈਂਟ ਹੈ। ਕੁਆਂਟਿਟੀ ਆਪਾਂ ਹਰ ਇੱਕ ਜਿਹੜੀ ਯੂਨਿਟ ਦੀ ਕੰਜ਼ਿਊਮ ਕਰ ਰਹੇ ਹਾਂ ਆਪਾਂ ਉਸ ਨੂੰ ਨਾਲ ਦੀ ਨਾਲ ਕੀ ਕਰ ਰਹੇ ਹਾਂ ਮੇਨਟੇਨ ਕਰ ਰਹੇ ਹਾਂ ਅਤੇ ਰਿਕਾਰਡ ਕਰ ਰਹੇ ਹਾਂ। ਨੈਕਸਟ ਆਪਾਂ ਇਸ ਦੀ ਇੱਕ ਇਲਸਟ੍ਰੇਸ਼ਨ ਕਰਦੇ ਹਾਂ। ਦੇਖੋ ਆਪਾਂ ਨੂੰ ਕੀ ਚਾਹੀਦਾ ਇਹਦੇ ਵਿੱਚ EOQ ਕੈਲਕੂਲੇਟ ਕਰਨਾ ਹੈ। ਐਨੂਅਲ ਯੂਜ਼ੇਜ ਦੇਖੋ ਕਈ ਵਾਰ ਤੁਹਾਨੂੰ ਉੱਥੇ ਕੁਐਸਚਨ ਦੇ ਵਿੱਚ A ਦੇ ਦਿੰਦੇ ਨੇਗੇ, ਫਿਰ ਤੁਸੀਂ ਕਨਫਿਊਜ਼ ਨਹੀਂ ਹੋਣਾ ਵੀ ਇਹ ਐਨੂਅਲ ਯੂਜ਼ੇਜ ਨੂੰ ਆਪਾਂ ਕੀ ਕੰਸੀਡਰ ਕਰਨਾ। ਮੈਂ ਤੁਹਾਨੂੰ ਕਿਹਾ ਸੀ ਵੀ ਕਈ ਵਾਰ 2A ਵੀ ਹੋ ਜਾਂਦਾ ਫਾਰਮੂਲਾ। ਤਾਂ ਦੇਖੋ ਐਨੂਅਲ ਯੂਜ਼ੇਜ 6000 ਯੂਨਿਟਸ ਦੀ ਹੈ, ਕਾਸਟ ਆਫ ਮਟੀਰੀਅਲ 20 ਹੈ, ਪਲੇਸਿੰਗ ਅਤੇ ਰਿਸੀਵਿੰਗ ਆਰਡਰ 60 ਹੈ, ਕੈਰਿੰਗ ਕਾਸਟ ਕਿੰਨੀ ਹੈ 10% ਆਫ ਇਨਵੈਂਟਰੀ ਵੈਲਿਊ ਹੈ। ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਕੁਐਸਚਨਸ ਕਰਨ ਤੋਂ ਪਹਿਲਾਂ ਫਾਰਮੂਲਾ ਪੁੱਟ ਕਰ ਲੈਣਾ ਸੋਲਿਊਸ਼ਨ ਦੇ ਵਿੱਚ। ਫਾਰਮੂਲਾ ਕੀ ਹੈ √2CO/I। ਐਨੂਅਲ ਯੂਜ਼ੇਜ 6000 ਯੂਨਿਟ ਸੀ, ਕਾਸਟ ਕਿੰਨੀ ਸੀ ਆਰਡਰ ਪਲੇਸ ਕਰਨ ਦੀ ₹60 ਸੀ, ਕੈਰਿੰਗ ਕਾਸਟ ਕਿੰਨੀ ਸੀ ਆਪਣੀ 10% ਕਰਨਾ ਸੀ ਤਾਂ ₹2 ਆ ਜਾਣਗੇ। EOQ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ 2CO/I। ਸੀ ਨੂੰ ਆਪਾਂ ਕੀ ਕਹਿ ਸਕਦੇ ਹਾਂ ਐਨੂਅਲ ਕੰਜ਼ੰਪਸ਼ਨ, ਕਿੰਨੀ ਐਨੂਅਲ ਕੰਜ਼ੰਪਸ਼ਨ 6000 ਦੀ, ਤਾਂ ਆਪਾਂ ਨੇ ਕੀ ਕੀਤਾ 2 × 6000 ਇੰਟੂ ਕੀ ਦੱਸਿਆ ਸੀ ਮੈਂ ਉਹ ਕੀ ਹੁੰਦੀ ਹੈ ਆਰਡਰਿੰਗ ਕਾਸਟ ਕਿੰਨੀ ਹੈ 60 ਹੈ, ਅਤੇ ਕੈਰਿੰਗ ਕਾਸਟ ਕਿੰਨੀ ਸੀ 10% ਕਰਕੇ 2 ਆ ਗਿਆ ਉਸਦਾ, ਦੈਨ /2 ਤਾਂ ਆਪਣੇ ਕੋਲ ਕਿੰਨਾ ਆ ਗਿਆ 600 ਯੂਨਿਟਸ ਆ ਗਿਆ। ਤਾਂ ਬਿਲਕੁਲ ਹੀ ਬੇਸਿਕ ਕੁਐਸਚਨਸ ਨੇ, ਮੋਸਟ ਇੰਪੋਰਟੈਂਟ ਟੌਪਿਕ ਹੈ ਇਹ, ਮੋਸਟ ਇੰਪੋਰਟੈਂਟ ਟਾਈਪ ਇਸ ਦੇ ਵਿੱਚੋਂ ਸ਼ਾਰਟ ਦੇ ਵਿੱਚ ਮੋਸਟਲੀ ਕੁਐਸਚਨਸ ਆ ਜਾਂਦੇ ਨੇ EOQ ਦੇ ਵਿੱਚੋਂ। ਤਾਂ ਤੁਸੀਂ ਕੀ ਕਰਨਾ ਫਾਰਮੂਲਾ ਤੁਹਾਨੂੰ ਦੱਸਦਾ, ਕਨਸੈਪਟ ਦੱਸਦੇ, ਜਿੰਨੀਆਂ ਵੀ ਇਸ ਦੇ ਰਿਲੇਟਡ ਇਲਸਟ੍ਰੇਸ਼ਨਸ ਨੇ ਉਹ ਕਰ ਲਿਓ, ਕੋਈ ਡਾਊਟ ਹੈ ਤਾਂ ਪੁੱਛ ਲਿਓ। ਇਲਸਟ੍ਰੇਸ਼ਨ ਨੰਬਰ 14 ਤੱਕ ਇਹਨੂੰ ਕੰਪਲੀਟ ਕਰ ਲਿਓ, 15th ਇਲਸਟ੍ਰੇਸ਼ਨਸ ਆਪਾਂ ਨੈਕਸਟ ਕਲਾਸ ਦੇ ਵਿੱਚ ਕਰ ਲਵਾਂਗੇ 15th ਇਲਸਟ੍ਰੇਸ਼ਨ ਤੋਂ। ਇਹ ਤੱਕ ਤੁਸੀਂ ਇਹਨਾਂ ਨੂੰ ਕੰਪਲੀਟ ਕਰ ਲਿਓ। ਥੈਂਕ ਯੂ।